ਅੱਜ ਦੀ ਕਹਾਣੀ ਪਿਤਾ ਦੀ ਅਹਿਮੀਅਤ। ਇਸ ਕਹਾਣੀ ਦੀ ਸ਼ੁਰੂਆਤ ਸਧਾਰਨ ਹੋ ਸਕਦੀ ਹੈ, ਪਰ ਕਹਾਣੀਕਾਰ ਨੇ ਇਸ ਦਾ ਕਲਾਈਮੈਕਸ ਆਮ ਸੋਚ ਤੋਂ ਪਰੇ ਲਿਖਿਆ ਹੈ। ਗੁਰਦੀਪ ਆਪਣੇ ਬਾਪੂ ਦੇ ਤੰਗ ਸੁਭਾਅ ਕਾਰਨ ਕਾਫੀ ਪਰੇਸ਼ਾਨ ਰਹਿੰਦਾ ਸੀ। ਤੂੰ ਕਮਰੇ ਦਾ ਪੱਖਾ ਚਲਾ ਕੇ ਕਿੱਥੇ ਗਿਆ ਸੀ? ਦਿਨ ਵੇਲੇ ਲਾਈਟ ਕਿਉਂ ਜਗਾ ਲੈਂਦਾ ਹੈ? ਜਦੋਂ ਨਹੀਂ ਦੇਖ ਰਹੇ ਤਾਂ ਟੀਵੀ ਨੂੰ ਕਿਉਂ ਚੱਲਿਆ ਛੱਡ ਦਿੰਦੇ ਹੋ? ਸਾਈਕਲ ਸਹੀ ਢੰਗ ਨਾਲ ਪਾਰਕ ਕਿਉਂ ਨਹੀਂ ਕਰਦੇ? ਕਦੇ ਕਦੇ ਆਪਣੇ ਜੁੱਤੇ ਪਾਲਿਸ਼ ਵੀ ਕਰ ਲਿਆ ਕਰ। ਸਵੇਰੇ ਜਲਦੀ ਉੱਠ ਕੇ ਦੇਖੋ ਕਦੀ ਕਿੰਨਾ ਆਲਸੀ ਹੋ ਗਿਆ ਤੂੰ। ਕਦੇ ਜੋਗਿੰਗ ਵੀ ਕਰ ਲਿਆ ਕਰ। ਪਤਾ ਨਹੀਂ ਦਿਨ ਭਰ ਆਪਣੇ ਪਿਤਾ ਕੋਲੋਂ ਕੀ ਕੀ ਸੁਣਨਾ ਪੈਂਦਾ। ਹੋਰ ਮੈਂ ਹੁਣ ਬੱਚਾ ਨਹੀਂ ਹਾਂ, ਮੈਂ ਵੱਡਾ ਹੋ ਗਿਆ ਹਾਂ। 2 ਦਿਨਾਂ ਬਾਅਦ ਮੈਨੂੰ ਨੌਕਰੀ ਦਾ ਇੰਟਰਵਿਊ ਦੇਣਾ ਹੈ ਅਤੇ ਮੇਰੇ ਪਿਤਾ ਜੀ ਮੇਰੇ ਨਾਲ ਛੋਟੇ ਬੱਚੇ ਵਾਂਗ ਵਿਵਹਾਰ ਕਰ ਰਹੇ ਹਨ। ਮੈਨੂੰ ਇੱਕ ਵਾਰ ਨੌਕਰੀ ਦਿਓ, ਮੈਂ ਆਪਣੇ ਬਾਪੂ ਨੂੰ ਛੱਡ ਦੇਵਾਂਗਾ। ਮੈਂ ਸ਼ਹਿਰ ਵਿੱਚ ਰਹਾਂਗਾ, ਫਿਰ ਪਤਾ ਲੱਗੇਗਾ। ਮੈਂ ਹੁਣ ਕਮਾਈ ਨਹੀਂ ਕਰ ਰਿਹਾ, ਇਸ ਲਈ ਮੈਨੂੰ ਬੇਕਾਰ ਦੀਆਂ ਗੱਲਾਂ ਸੁਣਾਉਂਦੇ ਰਹਿੰਦੇ ਹਨ। ਕੁਝ ਅਜਿਹੇ ਹੀ ਵਿਚਾਰ ਗੁਰਦੀਪ ਦੇ ਮਨ ਵਿੱਚ ਚੱਲ ਰਹੇ ਸਨ, ਜੋ ਆਪਣੇ ਪਿਤਾ ਤੋਂ ਨਾਰਾਜ਼ ਸੀ। 2 ਦਿਨ ਵੀ ਬੀਤ ਗਏ ਤੇ ਅੱਜ ਉਹ ਦਿਨ ਸੀ ਜਿਸ ਦਾ ਗੁਰਦੀਪ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਅੱਜ ਉਸ ਦੀ ਇੰਟਰਵਿਊ ਦਾ ਦਿਨ ਸੀ। ਸਵੇਰੇ ਉੱਠ ਕੇ ਰੱਬ ਦਾ ਆਸ਼ੀਰਵਾਦ ਲੈ ਕੇ ਗੁਰਦੀਪ ਉਸ ਥਾਂ ਪਹੁੰਚ ਗਿਆ ਜਿੱਥੇ ਇੰਟਰਵਿਊ ਹੋਣੀ ਸੀ। ਜਿਸ ਇਮਾਰਤ ਵਿੱਚ ਇੰਟਰਵਿਊ ਰੱਖੀ ਗਈ ਸੀ, ਉਸ ਇਮਾਰਤ ਦੇ ਗੇਟ ਤੇ ਕੋਈ ਗੇਟਕੀਪਰ ਨਹੀਂ ਸੀ। ਗੁਰਦੀਪ ਨੇ ਦੇਖਿਆ ਕਿ ਗੇਟ ਇੱਕ ਪਾਸੇ ਤੋਂ ਟੁੱਟਿਆ ਹੋਇਆ ਹੈ, ਪਰ ਕੁਝ ਪੇਚਾਂ ਨੂੰ ਫਿੱਟ ਕਰਨ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਗੁਰਦੀਪ ਨੇ ਰੁਕ ਕੇ ਪੇਚਾਂ ਨੂੰ ਕੱਸਿਆ ਅਤੇ ਗੇਟ ਨੂੰ ਠੀਕ ਕਰਨ ਤੋਂ ਬਾਅਦ ਉਹ ਇਮਾਰਤ ਦੇ ਅੰਦਰ ਦਾਖਲ ਹੋ ਗਿਆ। ਇਮਾਰਤ ਦੀ ਦੂਜੀ ਮੰਜ਼ਲ ਤੇ ਦਫ਼ਤਰ ਸੀ, ਜਿੱਥੇ ਇੰਟਰਵਿਊ ਦਾ ਪ੍ਰਬੰਧ ਕੀਤਾ ਗਿਆ ਸੀ। ਜਿਵੇਂ ਹੀ ਗੁਰਦੀਪ ਉਸ ਮੰਜ਼ਿਲ ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਦਫ਼ਤਰ ਦੇ ਬਾਹਰ ਜੁੱਤੀਆਂ ਰੱਖਣ ਲਈ ਸਟੈਂਡ ਬਣਿਆ ਹੋਇਆ ਸੀ ਅਤੇ ਚੱਪਲਾਂ ਰੱਖੀਆਂ ਸਨ ਤਾਂ ਕਿ ਬਦਲ ਕੇ ਅੰਦਰ ਜਾਇਆ ਜਾ ਸਕੇ, ਤਾਂ ਜੋ ਮਿੱਟੀ ਅੰਦਰ ਨਾ ਆਵੇ। ਪਰ ਲੋਕ ਇੱਧਰ ਉੱਧਰ ਜੁੱਤੀਆਂ ਰੱਖ ਕੇ ਅੰਦਰ ਗਏ ਸਨ। ਇਹ ਦੇਖ ਕੇ ਗੁਰਦੀਪ ਨੂੰ ਅਚਾਨਕ ਆਪਣੇ ਪਿਤਾ ਦੀ ਯਾਦ ਆ ਗਈ, ਜੋ ਅਕਸਰ ਉਸ ਨੂੰ ਜੁੱਤੀਆਂ ਅਤੇ ਚੱਪਲਾਂ ਰੱਖਣ ਲਈ ਝਿੜਕਦੇ ਸਨ। ਗੁਰਦੀਪ ਬੇਝਿਜਕ ਹੋ ਕੇ ਸਾਰੇ ਜੁੱਤੇ ਅਤੇ ਚੱਪਲਾਂ ਨੂੰ ਚੰਗੀ ਤਰ੍ਹਾਂ ਸਟੈਂਡ ਤੇ ਰੱਖ ਦਿੱਤਾ। ਅੰਦਰ ਵੜਨ ਤੋਂ ਪਹਿਲਾਂ ਗੁਰਦੀਪ ਦੀ ਨਜ਼ਰ ਦਫ਼ਤਰ ਦੇ ਬਾਹਰ ਬਲਦੀਆਂ ਕਈ ਲਾਈਟਾਂ ਤੇ ਗਈ, ਜਿਨ੍ਹਾਂ ਦੀ ਬਿਲਕੁਲ ਵੀ ਲੋੜ ਨਹੀਂ ਸੀ। ਧੁੱਪ ਇੰਨੀ ਜ਼ਿਆਦਾ ਸੀ ਕਿ ਲਾਈਟਾਂ ਬੰਦ ਹੋਣ ਤੇ ਵੀ ਕੋਈ ਫਰਕ ਨਹੀਂ ਪੈਂਦਾ। ਉਸਨੇ ਬਾਹਰ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਅਤੇ ਫਿਰ ਦਫ਼ਤਰ ਅੰਦਰ ਵੜ ਗਿਆ। ਗੁਰਦੀਪ ਨੇ ਦੇਖਿਆ ਕਿ ਦਫ਼ਤਰ ਵਿੱਚ 20-25 ਕੁਰਸੀਆਂ ਰੱਖੀਆਂ ਹੋਈਆਂ ਸਨ, ਪਰ ਸਾਹਮਣੇ ਵਾਲੀਆਂ 10 ਕੁਰਸੀਆਂ ਨੂੰ ਛੱਡ ਕੇ ਬਾਕੀ ਕੁਰਸੀਆਂ ਖਾਲੀ ਪਈਆਂ ਸਨ ਅਤੇ ਉਹਨਾਂ ਕੁਰਸੀਆਂ ਦੇ ਉੱਪਰ 2 ਪੱਖੇ ਬੇਲੋੜੇ ਚੱਲ ਰਹੇ ਸਨ। ਫਿਰ ਉਸਨੇ ਆਪਣੀ ਆਦਤ ਅਨੁਸਾਰ ਦੋਵੇਂ ਪੱਖੇ ਬੰਦ ਕਰ ਦਿੱਤੇ। ਉਸਦੀਆਂ ਇਹ ਆਦਤਾਂ ਦੇਖ ਉੱਥੇ ਕੰਮ ਕਰਦੇ ਤੇ ਇੰਟਰਵਿਊ ਦੇਣ ਆਏ ਮਜ਼ਾਕ ਬਣਾਉਣ ਲੱਗੇ, ਪਰ ਗੁਰਦੀਪ ਦਾ ਕੋਈ ਧਿਆਨ ਨਹੀਂ ਸੀ। ਇੱਕ ਤੋਂ ਬਾਅਦ ਇੱਕ ਸਾਰੇ ਉਮੀਦਵਾਰਾਂ ਦੀ ਇੰਟਰਵਿਊ ਲੈਣ ਤੋਂ ਬਾਅਦ ਜਦੋਂ ਗੁਰਦੀਪ ਦਾ ਨੰਬਰ ਆਇਆ ਤਾਂ ਉਹ ਥੋੜ੍ਹਾ ਘਬਰਾਇਆ ਹੋਇਆ ਸੀ, ਪਰ ਨਿਡਰ ਹੋ ਕੇ ਇੰਟਰਵਿਊ ਲੈਣ ਵਾਲੇ ਕੋਲ ਪਹੁੰਚਿਆ। ਇੰਟਰਵਿਊ ਲੈਣ ਵਾਲੇ ਨੇ ਉਸਨੂੰ ਆਪਣੇ ਕੋਲ ਰੱਖੀ ਕੁਰਸੀ ਤੇ ਬੈਠਣ ਲਈ ਕਿਹਾ ਅਤੇ ਕੁਝ ਦੇਰ ਤੱਕ ਦੋਵਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ। ਫਿਰ ਇੰਟਰਵਿਊ ਲੈਣ ਵਾਲੇ ਨੇ ਗੁਰਦੀਪ ਨੂੰ ਪੁੱਛਿਆ, ਕੀ ਤੁਸੀਂ ਕੱਲ੍ਹ ਤੋਂ ਨੌਕਰੀ ਜੁਆਇਨ ਕਰ ਸਕਦੇ ਹੋ? ਗੁਰਦੀਪ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਇਹ ਉਸਦੀ ਨੌਕਰੀ ਦੀ ਸੁਰੱਖਿਆ ਦੀ ਪੁਸ਼ਟੀ ਹੈ ਜਾਂ ਇੱਕ ਉਲਝਣ ਵਾਲਾ ਸਵਾਲ। ਬਾਅਦ ਵਿੱਚ ਜਦੋਂ ਇੰਟਰਵਿਊ ਲੈਣ ਵਾਲਿਆਂ ਨੇ ਤਨਖਾਹ ਅਤੇ ਕੀਤੇ ਜਾਣ ਵਾਲੇ ਕੰਮ ਬਾਰੇ ਦੱਸਿਆ ਤਾਂ ਗੁਰਦੀਪ ਨੂੰ ਯਕੀਨ ਹੋ ਗਿਆ ਕਿ ਉਸਦੀ ਨੌਕਰੀ ਪੱਕੀ ਹੋ ਗਈ ਹੈ। ਗੁਰਦੀਪ ਬਹੁਤ ਖੁਸ਼ ਸੀ, ਪਰ ਸਮਝ ਨਹੀਂ ਸਕਿਆ ਕਿ ਨਾ ਤਾਂ ਕੋਈ ਸਵਾਲ ਪੁੱਛਿਆ ਅਤੇ ਨਾ ਹੀ ਤਜਰਬੇ ਬਾਰੇ ਪੁੱਛਿਆ। ਫਿਰ ਉਸਨੂੰ ਨੌਕਰੀ ਲਈ ਫਾਈਨਲ ਕਿਵੇਂ ਕੀਤਾ ਗਿਆ? ਉਸਦੇ ਚਿਹਰੇ ਤੇ ਸਵਾਲ ਜਵਾਬ ਦੇ ਹਾਵ ਭਾਵ ਦੇਖ ਕੇ ਇੰਟਰਵਿਊ ਲੈਣ ਵਾਲੇ ਨੇ ਆਪ ਹੀ ਕਿਹਾ, ਕੁਝ ਸਵਾਲ ਅਤੇ ਪੇਪਰ ਕਦੇ ਵੀ ਆਦਮੀ ਦੀ ਯੋਗਤਾ ਨਹੀਂ ਦੱਸ ਸਕਦੇ। ਅਸੀਂ ਇਮਾਰਤ ਵਿੱਚ ਦਾਖਲ ਹੋਣ ਤੋਂ ਲੈ ਕੇ ਵੇਟਿੰਗ ਰੂਮ ਤੱਕ ਬਹੁਤ ਫੇਰ ਬਦਲ ਕੀਤਾ ਸੀ। ਇਹ ਤੁਹਾਡੇ ਸਾਰਿਆਂ ਲਈ ਇਮਤਿਹਾਨ ਸੀ। ਅਸੀਂ CCTV ਤੇ ਦੇਖਿਆ ਕਿ ਆਉਣ ਵਾਲੇ ਸਾਰੇ ਉਮੀਦਵਾਰਾਂ ਵਿੱਚੋਂ ਤੁਸੀਂ ਇਕੱਲੇ ਹੀ ਹੋ ਜਿਸ ਨੇ ਗੇਟ ਦੇ ਪੇਚਾਂ ਨੂੰ ਠੀਕ ਕਰਨ ਤੋਂ ਲੈ ਕੇ ਬੇਲੋੜੇ ਚੱਲ ਰਹੇ ਬਲਬਾਂ ਅਤੇ ਪੱਖਿਆਂ ਨੂੰ ਬੰਦ ਕਰਨ ਤੱਕ ਸਭ ਕੁਝ ਕੀਤਾ। ਅਜਿਹਾ ਕਰਕੇ ਤੁਸੀਂ ਚੀਜ਼ਾਂ ਦੀ ਵਰਤੋਂ ਕਰਨ ਅਤੇ ਅਸਵੀਕਾਰੀਆਂ ਨੂੰ ਬਚਾਉਣ ਅਤੇ ਘਟਾਉਣ ਵਰਗੇ ਆਪਣੇ ਗੁਣ ਦਿਖਾਏ। ਅੱਗੇ ਜਾ ਕੇ ਤੁਸੀਂ ਦਿਖਾ ਦਿੱਤਾ ਹੈ ਕਿ ਤੁਸੀਂ ਆਪਣੇ ਕੰਮ ਪ੍ਰਤੀ ਕਿੰਨੇ ਵਫ਼ਾਦਾਰ ਹੋ ਸਕਦੇ ਹੋ ਅਤੇ ਬੂਟ, ਚੱਪਲਾਂ ਅਤੇ ਕੁਰਸੀਆਂ ਠੀਕ ਕਰਕੇ ਤੁਸੀਂ ਕਿਸ ਹੱਦ ਤੱਕ ਜਾ ਸਕਦੇ ਹੋ। ਬਸ ਇਹੀ ਗੁਣ ਸਾਡੇ ਲਈ ਕਾਫੀ ਸਨ ਤੈਨੂੰ ਨੌਕਰੀ ਤੇ ਰੱਖਣ ਲਈ। ਸਾਰੀ ਗੱਲ ਸਮਝਦਿਆਂ ਹੀ ਗੁਰਦੀਪ ਨੂੰ ਮੁੜ ਆਪਣੇ ਪਿਤਾ ਦੀ ਯਾਦ ਆ ਗਈ ਅਤੇ ਉਸਦੀ ਕਹੀ ਹੋਈ ਹਰ ਗੱਲ ਯਾਦ ਆ ਗਈ, ਪਰ ਇਸ ਵਾਰ ਉਸਦੇ ਮਨ ਵਿੱਚ ਕੋਈ ਕੁੜੱਤਣ ਨਹੀਂ ਸੀ।
ਕਿਉਂਕਿ ਅੱਜ ਉਹ ਸਮਝ ਗਿਆ ਸੀ ਕਿ ਪਿਤਾ ਨੇ ਉਸ ਲਈ ਉਸੇ ਮੂਰਤੀਕਾਰ ਦੀ ਭੂਮਿਕਾ ਨਿਭਾਈ ਸੀ ਜਿਸ ਨੇ ਉਸ ਦੀ ਮੂਰਤੀ ਨੂੰ ਸੁੰਦਰ ਅਤੇ ਕੀਮਤੀ ਬਣਾਉਣ ਲਈ ਕਿੰਨੀ ਵਾਰ ਉਹ ਇਸ 'ਤੇ ਛੈਣੀ ਅਤੇ ਹਥੌੜਾ ਚਲਾਉਂਦਾ ਹੈ। ਗੁਰਦੀਪ, ਜੋ ਕਿ ਨੌਕਰੀ ਮਿਲਦੇ ਹੀ ਆਪਣੇ ਪਿਤਾ ਦਾ ਘਰ ਛੱਡਣ ਦੀ ਸੋਚ ਰਿਹਾ ਸੀ, ਉਸਨੇ ਘਰ ਪਹੁੰਚਦੇ ਹੀ ਨੌਕਰੀ ਦੀ ਪੁਸ਼ਟੀ ਪੱਤਰ ਅਤੇ 1 ਮਹੀਨੇ ਦੀ ਐਡਵਾਂਸ ਤਨਖਾਹ ਆਪਣੇ ਪਿਤਾ ਦੇ ਚਰਨਾਂ ਵਿੱਚ ਰੱਖ ਦਿੱਤੀ। ਉਸ ਤੋਂ ਮਾਫ਼ੀ ਮੰਗਦਾ ਹੈ ਕਿ ਪਾਪਾ, ਮੈਨੂੰ ਮਾਫ਼ ਕਰਨਾ, ਮੈਂ ਤੁਹਾਨੂੰ ਨਹੀਂ ਸਮਝਿਆ। ਆਪਣੇ ਬੇਟੇ ਲਈ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਅਤੇ ਮਾਣ ਦੇ ਹੰਝੂਆਂ ਨਾਲ ਪਿਤਾ ਗੁਰਦੀਪ ਨੂੰ ਗਲੇ ਲਗਾਉਂਦਾ ਹੈ ਅਤੇ ਉਸ ਦੇ ਸਿਰ 'ਤੇ ਪਿਆਰ ਨਾਲ ਹੱਥ ਫੇਰ ਕੇ ਉਸ ਨੂੰ ਆਸ਼ੀਰਵਾਦ ਦਿੰਦਾ ਹੈ। ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਏਗੀ। ਕਿਰਪਾ ਕਰਕੇ ਮੇਰੇ ਚੈਨਲ ਨਿਊ ਪੰਜਾਬੀ ਕਹਾਣੀਆਂ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰਕੇ ਦੱਸੋ ਕਹਾਣੀ ਕਿਸ ਤਰ੍ਹਾਂ ਦੀ ਲੱਗੀ। ਤੁਹਾਡਾ ਬਹੁਤ ਧੰਨਵਾਦ। ਰੱਬ ਰਾਖਾ।